ਸਤਿ ਸ਼੍ਰੀ ਅਕਾਲ ਜੀ। KRT ਨਿਊਜ਼ ਦੇਖ ਰਹੇ ਹੋ ਤੇ ਮੈਂ ਹਾਂ ਰਾਜੇਸ਼ ਅਲੂਣਾ। ਨਵੇਂ ਤੋਂ ਨਵੇਂ ਮੁੱਦਿਆਂ ਦੇ ਨਾਲ ਔਰ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਹਾਂ। ਸੋ ਸਮਾਜ ਦੇ ਵਿੱਚ ਜੋ ਖਬਰਾਂ ਹੁੰਦੀਆਂ ਨੇ, ਜੋ ਕ੍ਰਿਤੀਆਂ ਜੋ ਸਮਾਜ ਦੇ ਵਿੱਚ ਹੁੰਦੀਆਂ ਨੇ, ਉਹ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਸੋ ਦੱਸ ਦਈਏ ਕਿ ਤਾਜ਼ਾ ਮਾਮਲਾ ਜਿਹੜਾ ਹੈ ਉਹ ਦੀਨਾਨਗਰ ਹਲਕੇ ਤੋਂ ਸਾਹਮਣੇ ਆਇਆ ਹੈ, ਪਿੰਡ ਤਾਲਪੁਰ ਤੋਂ। ਤਾਂ ਹੁੰਦਾ ਕੀ ਹੈ ਕਿ ਇੱਕ ਪਰਸਨ ਜਿਹੜੇ ਨੇ ਉਹ ਆਪਣੀ ਜ਼ਮੀਨ ਵਾਹ ਰਹੇ ਹੁੰਦੇ ਨੇ ਤਾਂ ਪਿੱਛੋਂ ਹਮਲਾ ਹੋ ਜਾਂਦਾ ਹੈ। ਕੁਝ ਗੁੱਜਰ ਬਰਾਦਰੀ ਵੱਲੋਂ ਜਿਹੜਾ ਹੈ ਉਹ ਹਮਲਾ ਕੀਤਾ ਜਾਂਦਾ ਹੈ। ਤਾਂ ਅੱਗੇ ਦੀ ਗੱਲਬਾਤ ਵੀ ਪੁੱਛ ਲੈਂਦੇ ਹਾਂ। ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜਿਨ੍ਹਾਂ 'ਤੇ ਹਮਲਾ ਹੁੰਦਾ, ਗੱਲਬਾਤ ਕਰ ਲੈਂਦੇ ਹਾਂ। ਅੰਕਲ ਕੀ ਨਾਮ ਹੈ ਜੀ? ਮੇਰਾ ਨਾਮ ਜਗਤਾਰ ਸਿੰਘ ਜੀ। ਜਗਤਾਰ ਜੀ, ਕੀ ਗੱਲਬਾਤ ਹੋ ਗਈ? ਮੈਂ ਆਪਣੀ ਜ਼ਮੀਨ 3-4 ਦਿਨ ਤੋਂ ਕਰਾ ਰਿਹਾ ਸੀ, ਜੋ ਮੇਰੇ ਨਾਂ ਆ ਉਹਦਾ ਸਟੇ ਵੀ ਮੇਰੇ ਕੋਲ ਸੀ। ਪਹਿਲੋਂ ਕਿਸੇ ਹੋਰ ਬੰਦੇ ਦੀ ਜ਼ਮੀਨ ਸੀ, ਗੁੱਜਰਾਂ ਨੇ ਉਹਨੂੰ ਖਰੀਦੀ ਔਰ ਆ ਕੇ ਮੇਰੇ ਗਲ ਪੈ ਗਿਆ। ਮੈਂ ਆਪਣੇ ਟਰੈਕਟਰ ਨਾਲ ਉਹ ਜ਼ਮੀਨ ਪੱਧਰੀ ਕਰ ਰਿਹਾ ਸੀ ਇਕੱਲਾ ਹੀ। ਸਵੇਰੇ ਕੋਈ ਤਕਰੀਬਨ 10 ਵਜੇ ਦਾ ਟਾਈਮ ਸੀ। ਉਸ ਵੇਲੇ ਇਹ 4-5 ਬੰਦੇ ਆ ਕੇ ਮੇਰੇ ਗਲ ਪੈ ਗਏ। ਕੁਝ 8-10 ਬੰਦੇ ਪਿੱਛੇ ਖੜੇ ਸੀ, ਜਿਨ੍ਹਾਂ ਵਿੱਚ ਗੁਲਾਮ ਨੇ ਕਿਹਾ ਕਿ ਇਹਨੂੰ ਫੜ ਲਓ, ਇਹਨੂੰ ਐਰਕੀ ਜਾਣ ਨਹੀਂ ਦੇਣਾ। ਸਾਰੇ ਗੁੱਜਰ ਬਰਾਦਰੀ ਤੋਂ? ਸਾਰੇ ਗੁੱਜਰ ਬਰਾਦਰੀ ਸੀ। ਇਸ ਕਰਕੇ ਉਹ ਫਿਰ ਮੇਰੇ ਉਹ ਗਲੀ ਹੱਥੀ ਪੈ ਗਏ। ਜਦੋਂ ਹੱਥੀ ਪਏ ਮੇਰੇ, ਤੇ ਮੈਂ ਆਪਣੀ ਬੈਲਟ 'ਚ ਰਿਵੋਲਵਰ ਜੋ ਮੇਰਾ ਲਾਇਸੈਂਸੀ ਸੀ, ਜਿਹੜਾ ਕਿ ਡੇਟ 26 ਤੱਕ ਵੈਲਿਡ ਆ, ਉਹ ਮੈਂ ਲਾਇਆ ਸੀ ਕਿ ਪਹਿਲੋਂ ਵੀ ਮੇਰੇ ਨਾਲ ਕਈ ਕੇਸ ਹੋਏ ਸੀ। ਇਸ ਕਰਕੇ ਮੈਂ ਹੁਸ਼ਿਆਰਪੁਰ ਤੋਂ ਆ ਕੇ ਇੱਥੇ ਜ਼ਮੀਨ ਖਰੀਦੀ ਸੀ। ਉਸ ਹਿਫਾਜ਼ਤ ਲਈ ਮੈਂ ਹਰ ਵੇਲੇ ਆਪਣਾ ਰਿਵੋਲਵਰ ਆਪਣੇ ਕੋਲ ਰੱਖਦਾ ਸੀ। ਉਹ ਰਿਵੋਲਵਰ ਰੱਖਣ ਦੇ ਕਾਰਨ ਇਹ ਨਹੀਂ, ਮੇਰੇ ਬੰਦਿਆਂ ਨੇ ਜਦੋਂ ਮੈਂ ਟਰੈਕਟਰ ਤੋਂ ਇਹ ਨਹੀਂ ਕਿਹਾ ਵੀ ਜ਼ਮੀਨ ਤੋਂ ਉੱਤਰ ਬੰਦ ਕਰਦੇ, ਸਾਡੀ ਇੱਧਰ ਅਸੀਂ ਖਰੀਦ ਲਈ ਆ। ਮੈਂ ਜਦੋਂ ਥੱਲੇ ਉਤਰਿਆ ਤੇ 5 ਬੰਦੇ ਮੇਰੇ ਹੱਥੀਂ ਪੈ ਗਏ ਔਰ ਮੈਨੂੰ ਢਾਹ ਕੇ ਮੇਰਾ ਰਿਵੋਲਵਰ ਬੈਲਟ 'ਚੋਂ ਖਿੱਚ ਕੇ ਲੈ ਗਏ। ਪਰ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਮਤਲਬ ਰਿਵਾਲਵਰ ਖੋਹ ਕੇ ਲਿਜਾਇਆ ਗਿਆ, ਲੇਕਿਨ ਪੁਲਿਸ ਕਰਮੀਆਂ ਨਾਲ ਗੱਲਬਾਤ ਕੀਤੀ ਗਈ ਹੈ। ਸਾਡੇ ਕੋਲ ਰਿਕਾਰਡਿੰਗ ਤੱਕ ਪੁਲਿਸ ਵਾਲਿਆਂ ਦੀ ਪਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਰਿਵਾਲਵਰ ਤਾਣਿਆ ਗਿਆ ਸੀ ਗੁੱਜਰਾਂ ਦੇ। ਨਹੀਂ ਤਾਣਿਆ ਕੋਈ ਨਹੀਂ ਗਿਆ। ਮੇਰੀ ਬੈਲਟ 'ਚੋਂ ਖਿੱਚ ਕੇ ਲੈ ਕੇ ਗਏ ਆ ਔਰ ਮੈਨੂੰ ਢਾਹ ਕੇ ਉਹਨੇ ਕੱਢਿਆ। ਜੇ ਮੈਂ ਤਾਣਦਾ ਤਾਂ ਫਿਰ ਮੈਂ ਗੋਲੀ ਚਲਾਉਂਦਾ ਜਾਂ ਹਵਾਈ ਫਾਇਰ ਕਰਦਾ ਡਰਾਉਣ ਵਾਸਤੇ ਉਹਨਾਂ ਨੂੰ ਕਿ ਮੇਰੀ ਉਮਰ 65 ਏਜ ਆ। ਮੈਂ NCC ਦਾ ਬੈਸਟ ਕੈਡਟ ਰਿਹਾ ਔਰ 에ਅਰਫੋਰਸ 'ਚ ਵੀ ਨੌਕਰੀ ਕੀਤੀ ਆ। ਉਸ ਕਰਕੇ ਮੈਨੂੰ ਉਹਦੇ ਸਾਰੇ ਅਸੂਲਾਂ ਦਾ ਪਤਾ ਸੀ। ਇਸ ਕਰਕੇ ਮੈਂ ਪਹਿਲਾਂ ਹਵਾਈ ਫਾਇਰ ਕਰਦਾ, ਪਰ ਮੈਨੂੰ ਮੌਕਾ ਨਹੀਂ ਦਿੱਤਾ ਉਹਨੇ। ਜਲਦ ਮੇਰੇ ਹੱਥ ਪੈ ਗਏ ਔਰ ਮੈਨੂੰ ਉਹਨੇ ਪਲੇਨ ਬਣਾ ਕੇ ਆਏ ਸੀ। ਇਸ ਕਰਕੇ ਉਹ ਰਿਵੋਲਵਰ ਖੋਹ ਕੇ ਲੈ ਗਏ। ਜਗ੍ਹਾ ਤੁਹਾਡੇ ਨਾਮ ਹੈ? ਕਿੰਨੀ ਪਹਿਲੀ ਤੁਹਾਡੀ? ਮੇਰੀ ਉੱਥੇ ਜਿਹੜੀ ਜ਼ਮੀਨ ਆ, ਇੱਕ ਤੇ 14 ਮਰਲੇ ਮੇਰੇ ਨਾਂ, ਬਾਕੀ ਮੇਰੀ ਜਿਹੜੀ ਵਾਈਫ ਆ ਉਹਦੇ ਨਾਂ 3-4 ਕਨਾਲ 13 ਮਰਲੇ ਉਹਦੇ ਕੋਲ ਲੀਜ਼ ਤੇ ਆ। ਅੱਛਾ, ਤੁਸੀਂ ਆਪਣੀ ਜ਼ਮੀਨ ਵਾਂਦੇ ਸੀ? ਆਪਣੀ ਜ਼ਮੀਨ ਕਰਾ ਰਹੇ ਸੀ। ਮਾਲਕੀ ਸਾਡੀ 10 ਕਿੱਲੇ ਮਾਲਕੀ ਉਹਦਾ ਮੈਂ ਕੋਰਟ 'ਚ ਸਟੇ ਲਾਇਆ। ਉਹਦਾ ਮੇਰੇ ਕੋਲ ਸਟੇ ਵੀ ਹੈ। ਇਸ ਸੰਬੰਧ ਦੇ ਵਿੱਚ ਕੋਈ ਥਾਣੇ 'ਚ ਦਰਖਾਸਤ ਵਗੈਰਾ ਜਾਂ ਕੋਈ ਲਿਖਤੀ ਅਰਜ਼ ਦਿੱਤੀ ਹੈ ਕਿਤੇ ਥਾਣੇ 'ਚ? ਹੁਣ ਦਿੱਤੀ ਹੈ। ਜਦੋਂ ਅਸੀਂ ਜਿਹੜਾ ਰਿਵੋਲਵਰ ਖੋਹ ਕੇ ਲਗਾਇਆ 10:05 ਤੇ ਅਸੀਂ ਹੈਲਪਲਾਈਨ ਨੂੰ ਦਿੱਤੀ। 112 ਤੇ ਕੰਪਲੇਨ ਕੀਤੀ ਕਿ ਇੱਦਾਂ ਮੈਨੂੰ ਬੰਦੇ ਪੈ ਗਏ। ਫਿਰ ਮੈਂ ਆਪਣੇ ਘਰ ਵਾਲੀ ਨੂੰ ਫੋਨ ਕੀਤਾ ਵੀ ਜਲਦ ਪਹੁੰਚੋ। ਇਹ ਫਿਰ ਮੇਰੇ ਘਰ ਵਾਲੀ ਤੇ ਮੇਰਾ ਮੁੰਡਾ ਦੀਨਾਨਗਰ ਤੋਂ ਇਸ ਜ਼ਮੀਨ 'ਤੇ ਪਹੁੰਚ ਕੇ ਤਾਂ ਫਿਰ ਇਹਨੇ ਮੈਨੂੰ ਪਾਣੀ ਧਾਣੀ ਪਿਲਾਇਆ। ਇਹਨੇ ਮੈਨੂੰ ਬਹੁਤ ਕੁਝ ਹੋਲਿਆ, ਕੁਝ ਹੋਰ ਮਾਰੇ, ਕੁਛ ਆ ਮੇਰੇ ਹੱਥ 'ਤੇ ਆ ਦੇਖੋ ਸੱਟ ਲੱਗੀ ਆ, ਜੋ ਆ ਇਹ ਹੱਥ ਸੁੱਜਾ, ਉਂਗਲਾ ਇੱਦਾਂ ਟੇਢੀ ਜਿਹੀ ਹੋ ਗਈ। ਹੱਥੋਂ ਪਾਈ ਵੀ ਕੀਤੀ? ਹੱਥੋਂ ਪਾਈ ਵੀ ਕੀਤੀ ਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਰਿਵੋਲਵਰ ਆ, ਜਿਹੜਾ ਇਹਨੇ ਚੋਰੀ ਸਾਤੋਂ ਖੋਇਆ ਗਿਆ, ਉਹਦਾ ਜੋ ਵੀ ਬਣਦਾ ਆ ਗੌਰਮੈਂਟ ਉਹਦਾ ਬਣਾਇਆ ਜਾਵੇ। ਲਾਇਸੈਂਸ ਤੁਹਾਡੇ ਕੋਲ? ਲਾਇਸੈਂਸ ਸਾਡੇ ਕੋਲ ਆ। ਆਹ ਲਾਇਸੈਂਸ ਹੈ ਉਹਦਾ, ਜੋ ਕਿ 26 ਤਰੀਕ ਤੱਕ ਵੈਲਿਡ ਆ। 26 ਸੰਨ ਤੱਕ ਵੈਲਿਡ ਆ ਔਰ ਮੇਰੇ ਨਾਂ 'ਤੇ ਆ ਅਸਲਾ। ਤੇ ਪੁਲਿਸ ਵੱਲੋਂ ਤੁਹਾਡੀ ਵਾਈਫ ਵੱਲੋਂ ਦੱਸਿਆ ਗਿਆ ਕਿ ਮਤਲਬ ਪੁਲਿਸ ਜਦੋਂ ਅਸੀਂ ਉਹ ਦਰਖਾਸਤ ਦੇਣ ਪੁਲਿਸ ਸਾਡੇ ਕੋਲ ਆਈ ਹੈਲਪਲਾਈਨਾਂ 'ਤੇ ਫੋਨ ਕਰਨੇ ਨਾਲ, ਜਦੋਂ ਅਸੀਂ ਉੱਥੇ ਪਹੁੰਚੇ ਥਾਣੇ ਤੇ ਸਾਨੂੰ ਪੁੱਛਿਆ ਗਿਆ ਤੇ ਉਹ ਕਹਿੰਦੇ ਗੁੱਜਰ ਤਾਂ ਚਲੇ ਗਏ, ਤੁਸੀਂ ਲੇਟ ਹੋ ਗਿਆ ਸੀਗਾ। ਵੀ ਅਸੀਂ ਤਾਂ ਫਿਰ ਆਉਣਾ ਹੀ ਸੀ, ਪਿੰਡੋਂ ਮੋਟਰਸਾਈਕਲ ਲਿਆਂਦਾ ਤਦੇ ਆਉਣਾ। ਮੈਂ ਤਾਂ ਟਰੈਕਟਰ ਲੈ ਕੇ ਆਏ ਸੀ। ਜਦੋਂ ਅਸੀਂ ਟਰੈਕਟਰ ਲੈ ਕੇ ਅਸੀਂ ਪਹੁੰਚੇ ਤੇ ਉੱਥੇ ਗੱਲਾਂ ਹੋਈਆਂ ਤੇ ਜਿਹੜੇ ਪੁਲਿਸ 3-4 ਕਰਮਚਾਰੀ ਫੜ ਕੇ ਕਹਿੰਦੇ ਅੰਦਰ ਦੇ ਦਿਓ। ਮੇਰੀ ਵਾਈਫ ਕਹਿੰਦੀ ਵੀ ਕਿਉਂ ਅੰਦਰ ਦੇ ਦਿਓ, ਕਾਹਦੇ ਦੇਣਾ? ਇੱਕ ਤਾਂ ਸਾਡੀ ਚੋਰੀ ਹੋਈ, ਇੱਕ ਸਾਡੀ ਜ਼ਮੀਨ 'ਤੇ ਸਾਰਾ ਕੁਝ ਹੋਇਆ, ਜੋ ਸਾਡੀ ਜ਼ਮੀਨ 'ਤੇ ਸਾਰਾ ਕੁਝ ਹੋਇਆ। ਇਹ ਜਿਹੜੇ ਅਸੀਂ ਇਹ ਕਹਿੰਦੇ ਨੇ ਫੜ ਕੇ ਬਾਬੇ ਨੂੰ ਅੰਦਰ ਦੇ ਦਿਓ, ਜਦ ਕਿ ਉੱਥੇ ਇੱਕ ਪੀਰ ਦੀ ਜਗ੍ਹਾ ਜਿਹੜੀ ਕਿ ਮੈਂ ਸੰਨ 6 ਤੋਂ ਸੇਵਾ ਕਰ ਰਿਹਾ, ਉਹਦਾ ਲਾਇਸੈਂਸ ਹੋਲਡਰ ਆ ਔਰ ਪਟਾ ਹੋਲਡਰ ਵੀ ਆ। ਇਸ ਕਰਕੇ ਗੁੱਜਰ ਬਰਾਦਰੀ ਮੈਨੂੰ ਤੰਗ ਕਰਦਾ। ਇੱਕ ਮੇਰਾ ਰਸਤਾ 18 ਕਰਮਾਂ ਲੰਬਾ, 4 ਕਰੂ ਚੌੜਾ, ਇਹ ਧੱਕੇ ਨਾ ਸੰਨ 7 ਤੋਂ ਉਹਦੇ ਵਿੱਚ ਕਬਰਾਂ ਬਣਾਈ ਜਾਂਦੇ ਆ, ਜਦ ਕਿ ਪਹਿਲਾਂ ਵੀ ਮੈਂ ਕੋਰਟ 'ਚ ਅਫਰਾਈ ਕੀਤਾ ਉਹਦੇ ਬਾਰੇ। ਸਟੇ ਤੁਹਾਡੇ ਕੋਲ? ਹਾਂ, ਸਟੇ ਹੈ ਸਾਡੇ ਕੋਲ। ਕੋਰਟ 'ਚ ਕੇਸ ਚੱਲ ਰਿਹਾ ਤੇ ਇਹ ਸਾਨੂੰ ਤੰਗ ਕਰ ਰਹੇ ਆ। ਤੇ ਦੂਜਾ ਉਹ ਜਿਹੜੀ ਜ਼ਮੀਨ ਸਾਡੀ ਆਪਣੀ ਸੀ ਬਾਹਰ ਹੈ, ਜੇ ਅਸੀਂ ਇਹਨਾਂ ਦੀ ਜ਼ਮੀਨ ਵਾਹੀਏ ਤਾਂ ਅਸੀਂ ਇਹਨਾਂ ਨੂੰ ਕਿਹਾ, ਜੋ ਆਏ ਮੈਨੂੰ ਇਹਨੇ ਡੱਕਿਆ, ਮੈਂ ਕਿਹਾ ਵੀ ਜੇ ਤੁਹਾਡੀ ਇਹਦਾ ਹੀ ਛੱਡ ਦਿੰਦੇ ਹਾਂ ਅਸੀਂ, ਸਾਨੂੰ ਕੋਈ ਲੋੜ ਨਹੀਂ ਵੀ ਸਾਡੀ ਜ਼ਮੀਨ ਨੂੰ ਇਹ ਤੁਹਾਡੀ ਬਾਹਣ ਨੂੰ।
ਇਸ ਕਰਕੇ ਮੇਰੇ ਹੱਥੀਂ ਪਏ ਔਰ ਫਿਰ ਮੈਂ ਜਦੋਂ ਜੀ ਥਾਣੇ ਗਿਆ, ਥਾਣੇ ਵਾਲੇ ਸਾਡੇ ਨੇ ਕਿ ਫੜ ਕੇ ਇਸੇ ਬੰਦੇ ਨੂੰ ਅੰਦਰ ਦੇ ਦਿਓ ਮੈਨੂੰ। ਮਤਲਬ ਪੁਲਿਸ ਕਰਮੀਆਂ ਵੱਲੋਂ ਤੁਹਾਡੇ ਤੇ ਹੀ ਹਾਂ, ਇਹ ਇਲਜ਼ਾਮ ਲਾਇਆ ਗਿਆ ਉਹਲੇ ਮੌਕੇ ਤੇ ਕਿ ਇਹਨੂੰ ਫੜ ਕੇ ਅੰਦਰ ਦੇ ਦਿਓ, ਇੱਕ ਬੰਦੇ ਨੂੰ ਕਿਹਾ ਗਿਆ। ਤੇ ਇਹ ਮੈਡਮ ਨੂੰ ਫਿਰ ਮੈਡਮ ਬੋਲੀ, ਇਹਦੇ ਨਾਲ ਫਿਰ ਜੋ ਉਹਨਾਂ ਨੇ ਕੀਤਾ ਹੈ ਇਹਨੂੰ ਪਤਾ। ਸੋ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਇੱਕ ਜਿਹੜਾ ਥਾਣਾ ਹੁੰਦਾ ਹੈ, ਜੋ ਪੁਲਿਸ ਸਟੇਸ਼ਨ ਹੁੰਦਾ ਹੈ, ਉੱਥੇ ਆਪਣੀ ਅਰਜ਼ੀਆਂ ਲੈ ਕੇ, ਆਪਣੀਆਂ ਦਰਖਾਸਤਾਂ ਲੈ ਕੇ, ਆਪਣਾ ਜੋ ਸ਼ਿਕਾਇਤਾਂ ਨੇ ਉਹਨੂੰ ਲੈ ਕੇ ਜਦੋਂ ਜਾਂਦੇ ਹਾਂ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਪੁਲਿਸ ਕਰਮੀਆਂ ਵੱਲੋਂ ਜਿਹੜਾ ਹੈ ਉਹ ਉੱਥੇ ਇਹਨਾਂ ਨੂੰ ਹੀ ਅੰਦਰ ਦੇਣ ਦੀ ਗੱਲ ਕੀਤੀ ਗਈ ਹੈ ਔਰ ਵਾਈਫ ਦੇ ਨਾਲ ਜਿਹੜਾ ਮਿਸਬਿਹੇਵ ਕੀਤਾ ਗਿਆ। ਗੱਲਬਾਤ ਕਰ ਲੈਂਦੇ ਸਾਡੇ ਨਾਲ, ਇਹਨਾਂ ਦੀ ਵਾਈਫ ਵੀ ਮੌਜੂਦ ਹੈ। ਮੈਡਮ ਕੀ ਨਾਮ ਹੈ ਜੀ? ਮੇਰਾ ਨਾਮ ਸੁਸ਼ਮਾ ਮਾਨ ਹੈ ਜੀ। ਮੈਂ ਹਰੀਜਨ ਕਲੋਨੀ ਦੀਨਾ ਨਗਰ ਦੀ ਰਹਿਣ ਵਾਲੀ ਹਾਂ। ਤੇ ਜਦੋਂ ਮੇਰਾ ਘਰ ਵਾਲਾ ਜ਼ਮੀਨ ਬਾਹਨ ਜਾ ਰਿਹਾ ਸੀ ਤੇ ਉਹ ਤਾਂ ਹੋ ਗਿਆ। ਤੁਸੀਂ ਦੱਸੋ ਕਿ ਜਦੋਂ ਤੁਸੀਂ ਥਾਣੇ ਜਾਂਦੇ ਹੋ, ਮੈਂ ਕੰਪਲੇਂਟ ਪਾਈ ਥਾਣੇ ਸਾਨੂੰ ਬੁਲਾਇਆ ਗਿਆ। ਅਸੀਂ 12 ਵਜੇ ਥਾਣੇ ਗਏ, ਦੋਨੇ ਆਦਮੀ ਤੀਵੀਂ ਗਏ ਤੇ ਉਹਦੇ ਵਿੱਚ ਮੇਰੇ ਨਾਲ ਪੁਲਿਸ ਵਾਲਿਆਂ ਨੇ ਮਿਸਬਿਹੇਵ ਕੀਤਾ ਗਿਆ, ਮੈਨੂੰ ਗਾਲੀ ਗਲੋਚ ਕੀਤਾ ਗਿਆ। ਕਿੰਨੇ ਪੁਲਿਸ ਕਰਮੀ ਸੀ? ਪੁਲਿਸ ਵਾਲੇ 4-5 ਸੀ ਜੀ। ਮੈਨੂੰ ਉਹਨਾਂ ਦੇ ਨਾਮ ਨਹੀਂ ਪਤਾ ਕੌਣ ਹੈ ਕੌਣ ਨਹੀਂ ਉਹ, ਠੀਕ ਹੈ। ਉਹਨਾਂ ਨੇ ਮੇਰੇ ਨਾਲ ਤੇ ਮੇਰੇ ਘਰ ਵਾਲੇ ਨਾਲ, ਦੋਨਾਂ ਨਾਲ ਸਾਡੇ ਨਾਲ ਧੱਕਾ ਕੀਤਾ, ਸਾਨੂੰ ਅੰਦਰ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਕਿਹਾ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਸਾਡੀ ਰਿਵੋਲਵਰ ਚੋਰੀ ਹੋਈ, ਇੱਕ ਸਾਡੇ ਤੇ ਹੀ ਤੁਸੀਂ ਕਾਰਵਾਈ ਕਰਦੇ ਆ। ਜਿਹੜੇ ਬੰਦਿਆਂ ਨੇ ਸਾਡੀ ਰਿਵੋਲਵਰ ਚੋਰੀ ਕੀਤੀ ਉਹਨਾਂ ਨੂੰ ਤੁਸੀਂ ਛੋੜ ਦਿੱਤਾ, ਨਾ ਤੁਹਾਡੇ ਕੋਲ ਤੁਸੀਂ ਪਕੜਿਆ, ਨਾ ਸਾਡੀ ਰਿਵੋਲਵਰ ਸਾਨੂੰ ਦਿੱਤੀ ਤੇ ਨਾ ਹੀ ਸਾਡੇ ਨਾਲ ਹੀ ਧੱਕਾ ਕੀਤਾ ਗਿਆ। ਉਸ ਤੋਂ ਬਾਅਦ ਫਿਰ ਸਾਨੂੰ 4 ਵਜੇ ਇਹਨਾਂ ਨੇ ਬੁਲਾਇਆ ਗਿਆ। ਅਸੀਂ ਜਦੋਂ 4 ਵਜੇ ਗਏ ਇਹਨਾਂ ਦੇ ਕੋਲ, ਅਸੀਂ ਬੰਦੇ ਕਾਫੀ ਲੈ ਕੇ ਗਏ ਇਹਨਾਂ ਦੇ ਕੋਲ, ਸਾਡੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਗਈ। ਅੱਜ ਅਸੀਂ SSP ਦੇ ਸਾਹਿਬ ਦੇ ਪੇਸ਼ ਹੋਏ। ਗਾਲਾਂ ਕਿਹਨਾਂ ਵੱਲੋਂ ਕੱਢੀਆਂ ਗਈਆਂ? ਤੁਸੀਂ ਦੱਸਿਆ ਗਾਲਾਂ ਵੀ ਕੱਢੀਆਂ। ਸਾਨੂੰ ਪੁਲਿਸ ਵਾਲਿਆਂ ਨੇ ਗਾਲਾਂ ਕੱਢੀਆਂ ਗਈਆਂ। ਪੁਲਿਸ ਵਾਲਿਆਂ ਨੇ ਸਾਡੇ ਮਿਸਬਿਹੇਵ ਕੀਤਾ, ਸਾਨੂੰ ਗਾਲਾਂ ਕੱਢੀਆਂ ਗਈਆਂ, ਸਾਨੂੰ ਹੀ ਧਮਕਾਇਆ ਗਿਆ ਵੀ ਤੁਸੀਂ ਕੀ ਕਰਨ ਗਏ ਸੀ, ਪਹਿਲੇ ਕਿਉਂ ਰਿਵੋਲਵਰ ਲੈ ਗਏ ਹੈ, ਤੁਹਾਡਾ ਕੀ ਮਤਲਬ ਸੀ ਰਿਵੋਲਵਰ ਲੈ ਕੇ ਜਾਂਦਾ। ਅੱਜ ਕੀ ਕੀਤਾ ਗਿਆ ਹੈ? ਅੱਜ ਕੀ ਕੀਤਾ ਗਿਆ ਤੁਹਾਡੇ ਕੋਲ? ਕੋਈ ਇਸ ਦੇ ਖਿਲਾਫ ਕੋਈ ਕਾਰਵਾਈ ਦੀ ਅਗਲਾ ਕੀ ਕਦਮ ਕੀ ਹੈ ਤੁਹਾਡਾ? ਅਗਲਾ ਸਾਡਾ ਕਦਮ ਇਹ ਹੈ, ਅਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਡੀ ਦਰਖਾਸਤ ਦੇ ਖਿਲਾਫ ਅਸੀਂ ਜੋ ਦਰਖਾਸਤ ਅਸੀਂ ਇਹਨਾਂ ਦੇ ਉੱਪਰ ਦਿੱਤੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਤੇ ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ, ਸਾਨੂੰ ਇਹਨਾਂ ਤੇ ਕੋਈ ਉਹ ਨਹੀਂ ਹੈ, ਨਹੀਂ ਇਨਸਾਫ ਨਹੀਂ ਮਿਲ ਰਿਹਾ। ਅਸੀਂ ਇਹ ਚਾਹੁੰਦੇ ਹਾਂ ਵੀ ਜਿਨ੍ਹਾਂ ਬੰਦਿਆਂ ਨੇ ਸਾਡੀ ਰਿਵੋਲਵਰ ਮੇਰੇ ਹਸਬੈਂਡ ਕੋਲੋਂ ਖੋਈ ਆ, ਸਾਡੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ। ਵੀ ਪੁਲਿਸ ਵਾਲਿਆਂ ਨੇ ਵੀ ਜੋ ਸਾਡੇ ਨਾਲ ਮਿਸਬਿਹੇਵ ਕੀਤਾ ਵੇ, ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੋ ਗੱਲਬਾਤ ਕੀਤੀ ਹੈ ਇਸ ਪਰਿਵਾਰ ਦੇ ਨਾਲ। ਇਸ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਸ ਆਪਣੀ ਪੈਲੀ ਦੇ ਵਿੱਚ ਹੀ ਜਦੋਂ ਕੰਮ ਕਰ ਰਹੇ ਹੁੰਦੇ ਨੇ ਤਾਂ ਪਿੱਛੋਂ ਕੁਝ ਗੁੱਜਰ ਬਰਾਦਰੀ ਦੇ ਲੋਕ ਜਿਹੜੇ ਨੇ ਉਹ ਆ ਜਾਂਦੇ ਨੇ ਤਾਂ ਇਹਨਾਂ ਨਾਲ ਧੱਕਾ ਮੁੱਕੀ ਜਿਹੜੀ ਹੈ ਉਹ ਕਰਦੇ ਨੇ। ਤਾਂ ਜੋ ਲੱਕ ਦੇ ਨਾਲ ਬੈਲਟ ਜੋ ਬੰਨੀ ਹੁੰਦੀ ਹੈ ਉਹਦੇ ਵਿੱਚ ਰਿਵਾਲਵਰ ਹੁੰਦਾ, ਉਸ ਰਿਵਾਲਵਰ ਨੂੰ ਵੀ ਜਿਹੜਾ ਉਹ ਖੋਇਆ ਜਾਂਦਾ ਹੈ। ਇਸ ਸੰਬੰਧੀ ਜਦੋਂ ਇਹ ਸੰਬੰਧਿਤ ਥਾਣੇ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਥਾਣੇ ਦੇ ਵਿੱਚ ਵੀ ਜਾ ਕੇ ਜਿਹੜਾ ਹੈ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਤਾਂ ਇਹਨਾਂ ਵੱਲੋਂ ਜੋ ਦੱਸਿਆ ਗਿਆ ਹੈ ਕਿ ਉੱਥੋਂ ਕੁਝ ਪੁਲਿਸ ਕਰਮੀਆਂ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਝੂਠੇ ਆਰੋਪ ਲਗਾਏ ਜਾਂਦੇ ਨੇ ਕਿ ਤੁਹਾਡੀ ਗਲਤੀ ਹੈ, ਤੁਸੀਂ ਰਿਵਾਲਵਰ ਤਾਨਿਆ ਸੀ। ਤਾਂ ਉੱਥੇ ਵੀ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਹੀ ਤੁਹਾਨੂੰ ਕੰਪਲੇਂਟ ਦਿੰਦੇ ਪਏ ਹਾਂ। ਔਰ ਇਹਨਾਂ ਵੱਲੋਂ ਜੋ ਦੱਸਿਆ ਗਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਹੀ ਅੰਦਰ ਭੇਜਣ ਦੀਆਂ ਧਮਕੀਆਂ ਜਿਹੜੀਆਂ ਉਹਨਾਂ ਪੁਲਿਸ ਕਰਮੀਆਂ ਵੱਲੋਂ ਦਿੱਤੀਆਂ ਗਈਆਂ। ਤਾਂ ਇਸ ਸੰਬੰਧੀ ਜਦੋਂ ਉਹਨਾਂ ਸੰਬੰਧਿਤ ਅਧਿਕਾਰੀਆਂ ਨਾਲ ਵੀ ਜਿਹੜੀ ਅਸੀਂ ਗੱਲ ਕੀਤੀ, ਜਿਨ੍ਹਾਂ ਵੱਲੋਂ ਇਹ ਬੋਲਦੇ ਪਏ ਆ, ਜੋ SI ਸਾਹਿਬਾਂ ਵੱਲੋਂ ਬੋਲਦੇ ਪਏ ਆ, ਉਹਨਾਂ ਨਾਲ ਗੱਲਬਾਤ ਵੀ ਕੀਤੀ। ਅਸੀਂ ਸਾਡੇ ਕੋਲ ਰਿਕਾਰਡਿੰਗ ਤੱਕ ਮੌਜੂਦ ਹੈ। ਉਹਨਾਂ ਵੱਲੋਂ ਉਹਨਾਂ ਆਪਣੇ ਤੇ ਲੱਗੇ ਜਿਹੜੇ ਸਾਰੇ ਇਲਜ਼ਾਮ ਹੈ ਉਹਨਾਂ ਨੂੰ ਨਕਾਰਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਵੱਲੋਂ ਜੋ ਸ਼ਿਕਾਇਤ ਜਿਹੜੀ ਹੈ SSP ਸਾਹਿਬ ਨੂੰ ਜੋ ਦਿੱਤੀ ਗਈ ਹੈ ਗੁਰਦਾਸਪੁਰ ਦੇ ਵਿੱਚ, ਉਹਦੇ ਉੱਤੇ ਕੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਆਪਣੇ ਸਹਿਯੋਗੀ ਰਾਜਾ ਰੰਧਾਵਾ ਦੇ ਨਾਲ ਮੈਂ ਰਾਜੇਸ਼ ਅਲੂਣਾ, KRT ਨਿਊਜ਼ ਦੀਨਾਨਗਰ।